गुड मॉर्निंग स्टूडेंट्स। हाँ जी राजे, जो अपना प्रीवियस लैक्चर से उस जो चैप्टर से सिक्स द फस्ट फीचर्स ऑफ इंडियन कॉन्स्टिट्यूशन उसनों रीड कर रहे थे तो अज भी आप उस चैप्टर में अगे कंटिन्यू करांगे। नैक्सट अपना पॉइंट है राजे 7th फंडामेंटल राइट्स। इन द थर्ड चैप्टर ऑफ कॉन्स्टिट्यूशन द फंडामेंटल राइट्स ऑफ सिटीजन आर enumerated the rights to equality, liberty, freedom of religion, right against exploitation, educational and cultural right, and right to constitutional remedies are enlisted in detail in the Constitution. These rights are not only essential for happiness or growth of the citizen but also for successful working of democracy in India. ਹੁਣ ਫੰਡਾਮੈਂਟਲ ਰਾਈਟਸ ਕੀ ਹੁੰਦੇ ਨੇ? ਫੰਡਾਮੈਂਟਲ ਰਾਈਟਸ ਮੀਨਸ ਆਪਾਂ ਕਹੀਏ ਰਾਜੇ ਅਧਿਕਾਰ, ਠੀਕ ਹੈ, ਜਿਹੜੇ ਸਾਨੂੰ ਦਿੱਤੇ ਨੇ। ਮੀਨਸ ਉਹਦੇ 'ਚ ਆਉਂਦਾ ਇਕੁਐਲਿਟੀ, ਸਮਾਨਤਾ, ਮੀਨਸ ਸਾਰੇ ਜਿਹੜੇ ਲੋਕ ਨੇ ਇੱਥੇ ਇੱਕ ਸਮਾਨ ਨੇ। ਲਿਬਰਟੀ, ਸੁਤੰਤਰਤਾ ਸਭ ਲੋਕਾਂ ਨੂੰ, ਠੀਕ ਹੈ। ਫਰੀਡਮ ਹੈ ਰਿਲੀਜਨ ਦੀ, ਕਿਸੇ ਵੀ ਰਿਲੀਜਨ ਨੂੰ ਅਡੋਪਟ ਕਰਨ ਦੀ, ਠੀਕ ਹੈ। ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਸ਼ੋਸ਼ਣ, ਜੇ ਕੋਈ ਸਾਡੇ ਨਾਲ ਕੋਈ ਗਲਤ ਕਰਦਾ ਹੈ, ਠੀਕ ਹੈ, ਉਹਦੇ ਅਗੇਂਸਟ ਸਾਨੂੰ ਅਧਿਕਾਰ ਆ, ਅਸੀਂ ਕੋਰਟ 'ਚ ਜਾ ਸਕਦੇ ਹਾਂ, ਪੁਲਿਸ 'ਚ ਜਾ ਸਕਦੇ ਹਾਂ, ਠੀਕ ਹੈ। ਐਜੂਕੇਸ਼ਨ ਅਤੇ ਕਲਚਰਲ ਰਾਈਟਸ ਨੇ ਸਾਨੂੰ, ਠੀਕ ਹੈ। ਅਤੇ ਇਸ ਤੋਂ ਇਲਾਵਾ ਜਿਹੜੀ ਕੌਂਸਟੀਟਿਊਸ਼ਨਲ ਰੈਡੀਮੀਜ਼ ਉਹਦਾ ਅਧਿਕਾਰ ਹੈ। ਮੀਨਜ਼ ਆਪਾਂ ਕਹਿ ਦਈਏ ਜਿਹੜੇ ਸੰਵਿਧਾਨ ਦੇ ਅਗੇਂਸਟ ਕੋਈ ਬੰਦਾ ਨਹੀਂ ਜਾ ਸਕਦਾ, ਠੀਕ ਹੈ। ਵੀ ਇਹ ਸਾਰੇ ਜਿਹੜੇ ਰਾਈਟਸ ਨੇ ਡਿਟੇਲ 'ਚ ਆਪਾਂ ਕਹਿ ਦਈਏ ਸੰਵਿਧਾਨ 'ਚ ਦਰਸਾਏ ਗਏ ਨੇ, ਠੀਕ ਹੈ। ਇਹ ਜਿਹੜੇ ਰਾਈਟਸ ਨੇ ਇਕੱਲੇ ਆਪਾਂ ਕਹਿ ਦਈਏ ਲੋਕਾਂ ਦੀ ਖੁਸ਼ਹਾਲੀ ਲਈ ਜਾਂ ਉਹਨਾਂ ਦੀ ਗਰੋਥ ਲਈ ਜ਼ਰੂਰੀ ਨਹੀਂ, ਬਲਕਿ ਜਿਹੜੀ ਸਕਸੈਸਫੁਲ ਹੈ ਆਪਣੀ ਡੈਮੋਕ੍ਰੇਸੀ ਦੀ ਇੰਡੀਆ 'ਚ, ਉਹਦੇ ਲਈ ਵੀ ਕੀ ਨੇ, ਅਸੈਂਸ਼ੀਅਲ ਨੇ, ਮੀਨਜ਼ ਜ਼ਰੂਰੀ ਨੇ, ठीक है। नैक्सट अपने लवे है राजे डायरेक्टिव प्रिंसीपल। डायरेक्टिव प्रिंसीपल्स ऑफ स्टेट पॉलिसी आर enumerated in fourth part of constitution. A fundamental rights are meant for establishing a political democracy in India. The directive principle aim at for the creation of social and economic democracy. These principles are guiding states for formulation of policies and for running the administration by the union and state government. देखो ਹੁਣ डायरेक्टिव प्रिंसीपल जी ਕੀ ਨੇ, ਜਿੱਦਾਂ ਆਪਾਂ ਕਹਿ ਦਈਏ ਕੌਂਸਟੀਟਿਊਸ਼ਨ 'ਚ ਫੰਡਾਮੈਂਟਲ ਰਾਈਟਸ ਨੇ, ਆਪਾਂ ਫੰਡਾਮੈਂਟਲ ਰਾਈਟਸ ਬਾਰੇ ਪੜ੍ਹਿਆ, ਠੀਕ ਹੈ। ਉਹ ਆਪਾਂ ਕਹਿ ਦਈਏ ਜਿਹੜੀ ਪੋਲੀਟੀਕਲ ਡੈਮੋਕ੍ਰੇਸੀ ਆ ਉਹਨੂੰ ਸਕਸੈਸਫੁਲ ਬਣਾਉਂਦੇ ਨੇ ਇੰਡੀਆ 'ਚ। ਇੱਦਾਂ ਹੀ ਡਾਇਰੈਕਟਿਵ ਪ੍ਰਿੰਸੀਪਲਸ ਨੇ ਸਟੇਟਸ ਲਈ, ਠੀਕ ਆ। ਜਿਹੜੀ ਸਟੇਟ ਸਰਕਾਰ ਆ, ਸਟੇਟ ਗੌਰਮੈਂਟ ਆ, ਉਹਦੇ ਲਈ ਕੀ ਨੇ, ਫੰਡਾਮੈਂਟਲ ਪ੍ਰਿੰਸੀਪਲਸ ਨੇ। ਇਹ ਜਿਹੜੇ ਫੰਡਾਮੈਂਟਲ ਪ੍ਰਿੰਸੀਪਲਸ ਨੇ ਰਾਜੇ, ਇਹ ਆਪਾਂ ਕਹਿ ਦਈਏ ਜਿਹੜੀ ਸਟੇਟ ਗੌਰਮੈਂਟ ਆ ਉਹਦੇ ਲਈ ਨੇ, ਠੀਕ ਹੈ। ਇਹਨਾਂ ਦੇ ਹੋਣ ਨਾਲ ਹੀ ਜਿਹੜੀ ਆਪਾਂ ਕਹਿ ਦਈਏ ਸਾਡੀ ਸੋਸ਼ਲ ਅਤੇ ਇਕਨੋਮਿਕ ਡੈਮੋਕ੍ਰੇਸੀ ਹੈ, ਠੀਕ ਹੈ। ਸਮਾਜਿਕ ਅਤੇ ਆਰਥਿਕ ਜਿਹੜੀ ਡੈਮੋਕ੍ਰੇਸੀ ਆ ਉਹ ਸਕਸੈਸਫੁਲ ਹੋ ਪਾਉਂਦੀ ਹੈ, ਠੀਕ ਹੈ। ਅਤੇ ਇਹ ਹੈਲਪ ਕਰਦੇ ਨੇ ਯੂਨੀਅਨ ਅਤੇ ਸਟੇਟ ਗੌਰਮੈਂਟ ਨੂੰ ਵੀ ਕਿੱਦਾਂ ਐਡਮਿਨਿਸਟ੍ਰੇਟ ਕੀਤਾ ਜਾਵੇ, ਕਿੱਦਾਂ ਪ੍ਰਸ਼ਾਸਨ ਜਿਹੜਾ ਉਹ ਕੀਤਾ ਜਾਵੇ, ਠੀਕ ਹੈ। ਨੈਕਸਟ ਆਪਣੇ ਲਿਖਿਆ ਫੰਡਾਮੈਂਟਲ ਡਿਊਟੀਜ਼। ਦੀ ਡਿਊਟੀਜ਼ ਆਫ ਇੰਡੀਅਨ ਸਿਟੀਜ਼ਨ ਵਰ ਨਾਟ ਮੈਨਸ਼ਨਡ ਇਨ ਦੀ ਓਰੀਜਨਲ ਕੌਂਸਟੀਟਿਊਸ਼ਨ। ਜਦੋਂ ਕੌਂਸਟੀਟਿਊਸ਼ਨ ਆਪਣਾ ਬਣਿਆ ਸੀ ਉਦੋਂ ਫੰਡਾਮੈਂਟਲ ਜਿਹੜੀ ਰਾਈਟਸ ਡਿਊਟੀਜ਼ ਸੀ ਰਾਜੇ ਉਹ ਇਨਕਲੂਡ ਨਹੀਂ ਸੀ, ਠੀਕ ਹੈ। ਇਟ ਵਾਜ਼ ਅੰਡਰ ਦੀ 42 constitution amendment in 1976. A new chapter part 4th A was added and it is article 51A. 10 duties of citizen were prescribed in the year of 2002 under the 86 constitutional amendment. One more duty has been added in the same chapter. देखो ਜਿਹੜੀਆਂ ਪਹਿਲਾਂ ਆਪਾਂ ਰਾਈਟਸ ਦੀ ਗੱਲ ਕਰੀਏ, ਹੁਣ ਆਪਾਂ ਡਿਊਟੀਜ਼ ਜਿਹੜੀਆਂ ਇੱਕ ਇੰਡੀਅਨ ਸਿਟੀਜ਼ਨ ਹੋਣ ਦੇ ਨਾਤੇ ਜਿਹੜੀਆਂ ਇੰਡੀਅਨ ਸਿਟੀਜ਼ਨ ਨੂੰ ਦਿੱਤੀਆਂ ਜਾਂਦੀਆਂ ਨੇ, ਉਹ 'ਚ ਕੀ ਆ ਰਾਜੇ, ਜਿਹੜੀਆਂ ਇਹ ਡਿਊਟੀਆਂ ਸੀ ਮੀਨ ਆਪਾਂ ਕਹਿ ਦਈਏ ਜਦੋਂ ਆਪਣਾ ਕੌਂਸਟੀਟਿਊਸ਼ਨ ਬਣਿਆ ਸੀ ਉਸ ਟਾਈਮ ਜਿਹੜੀ ਇਹ ਨਹੀਂ ਇਨਕਲੂਡ ਸੀ ਵਿੱਚ, ਪਰ ਉਸ ਤੋਂ ਬਾਅਦ ਜਿਹੜੀ ਅਮੈਂਡਮੈਂਟ ਸੋਧ ਹੋਈ 42, ਠੀਕ ਹੈ, ਅਮੈਂਡਮੈਂਟ ਹੋਈ, ਉਸ ਦੇ ਅਕਾਰਡਿੰਗ ਜਿਹੜੀ 10 ਡਿਊਟੀਜ਼ ਸੀਗੀਆਂ ਉਹ ਇਨਕਲੂਡ ਕੀਤੀਆਂ ਗਈਆਂ। ਉਸ ਤੋਂ ਬਾਅਦ 2002 'ਚ ਜਿਹੜੀ ਇੱਕ ਹੋਰ ਇਹ ਜਿਹੜੀ ਫੰਡਾਮੈਂਟਲ ਡਿਊਟੀ ਸੀ ਉਹ ਇਨਕਲੂਡ ਕੀਤੀ ਗਈ। ਮੀਨਜ਼ ਟੋਟਲ ਜਿਹੜੀਆਂ 11 ਫੰਡਾਮੈਂਟਲ ਡਿਊਟੀਜ਼ ਨੇ ਅਤੇ ਇੱਕ ਜਿਹੜਾ ਸਿਟੀਜ਼ਨ ਹੈ ਇੰਡੀਆ ਦਾ ਉਹਨੂੰ ਨਿਭਾਉਣੀਆਂ ਪੈਂਦੀਆਂ ਨੇ, ਠੀਕ ਹੈ। ਐਮਰਜੈਂਸੀ ਪਾਵਰਸ। ਦੀ ਇੰਡੀਅਨ ਕੌਂਸਟੀਟਿਊਸ਼ਨ ਪ੍ਰੋਵਾਈਡ ਟੂ ਦੀ ਪ੍ਰੈਜ਼ੀਡੈਂਟ 3 types of emergency powers।
to declare a national emergency, a state emergency and financial emergency। देखो ये बहुत ही इंपॉर्टेंट टॉपिक है चैप्टर का, ठीक है। एमरजेंसी पावर्स, ਜਿਹੜੇ ਐਮਰਜੈਂਸੀ ਪਾਵਰਸ ਨੇ ਕਿਹਨੂੰ ਪ੍ਰੋਵਾਈਡ ਕੀਤੀਆਂ ਨੇ, ਪ੍ਰੈਜ਼ੀਡੈਂਟ ਨੂੰ, ਠੀਕ ਹੈ। ਕਿੰਨੇ ਪ੍ਰਕਾਰ ਦੀਆਂ ਨੇ, 3 ਟਾਈਪਸ ਦੀਆਂ। ਇਸ 'ਚੋਂ ਫਸਟ ਨੈਸ਼ਨਲ ਐਮਰਜੈਂਸੀ, ਸੈਕਿੰਡ ਸਟੇਟ ਐਮਰਜੈਂਸੀ ਅਤੇ ਥਰਡ ਆਪਣੇ ਲਈ ਫਾਈਨੈਂਸ਼ੀਅਲ ਐਮਰਜੈਂਸੀ। ਦੀ ਕੌਨਸਟੀਟਿਊਸ਼ਨ ਮੇਕਸ felt strongly that as it is social fabric and in its historical background of India, a dangerous situation may develop in the country in which it may not be possible to run the administration smoothly as under the ordinary circumstances. Therefore, in order to deal with such a difficult situation, the president has been provided emergency powers। देखो ਕਈ ਵਾਰ ਦੇਸ਼ 'ਚ ਆਪਣੀ ਕੰਟਰੀ 'ਚ ਇੱਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ, ਠੀਕ ਹੈ। ਮੀਨ ਉਦੋਂ ਜਿਹੜਾ ਈਜ਼ੀਲੀ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਸੰਵਿਧਾਨ ਐਡਮਿਨਿਸਟ੍ਰੇਟ ਕਰਨਾ, ਸ਼ਾਸਨ ਕਰਨਾ, ਠੀਕ ਹੈ, ਸਰਕਾਰ ਨੂੰ ਚਲਾਉਣਾ ਟਫ ਹੋ ਜਾਂਦਾ, ਠੀਕ ਹੈ। ਹਾਲਾਤ ਇੱਦਾਂ ਦੇ ਹੋ ਜਾਂਦੇ ਜਿੱਦਾਂ ਲਾਈਕ ਆਪਾਂ ਕਹਿੰਦੇ ਕਰੋਨਾ ਆ ਗਿਆ ਸੀ, ਠੀਕ ਹੈ। ਇਸ ਟਾਈਮ ਜਿਹੜੀ ਮੋਸਟਲੀ ਅਲੱਗ-ਅਲੱਗ ਪੋਲਿਸੀਆਂ ਸੀਗੀਆਂ, ਤਾਂ ਉਸ ਟਾਈਮ ਜਿਹੜੇ ਐਮਰਜੈਂਸੀ ਲੱਗ ਜਾਂਦੀ ਆ, ਠੀਕ ਹੈ। ਉਸ ਟਾਈਮ ਉਹੀ ਚੀਜ਼, ਉਹੀ ਰੂਲ ਅਤੇ ਰੈਗੂਲੇਸ਼ਨ ਚੱਲਦੇ ਨੇ ਜਿਹੜੇ ਪ੍ਰੈਜ਼ੀਡੈਂਟ ਪ੍ਰੋਵਾਈਡ ਕਰਦਾ, ਠੀਕ ਹੈ। ਦੀ ਪ੍ਰੈਜ਼ੀਡੈਂਟ ਕੈਨ ਡਿਕਲੇਅਰ ਏ ਨੈਸ਼ਨਲ ਐਮਰਜੈਂਸੀ ਇਨ ਦੀ ਕੇਸ ਆਫ ਅਗਰੈਸ਼ਨ ਔਰ ਥ੍ਰੈਟ ਆਫ ਅਗਰੈਸ਼ਨ ਐਂਡ ਆਰਮਡ ਰੈਵੋਲਿਊਸ਼ਨ ਇਨ ਐਨੀ ਪਾਰਟ ਆਫ ਕੰਟਰੀ। ਦੇਖੋ ਜਿਹੜੀ ਨੈਸ਼ਨਲ ਐਮਰਜੈਂਸੀ ਉਹ ਕਦੋਂ ਡਿਕਲੇਅਰ ਕਰਦਾ ਜਿਹੜਾ ਇੱਕ ਪ੍ਰੈਜ਼ੀਡੈਂਟ ਆ, ਜਦੋਂ ਕਿਸੇ ਪ੍ਰਕਾਰ ਦਾ ਐਗਰੈਸ਼ਨ ਹੋ ਜਾਏ, ਮੀਨ ਜੇ ਆਪਾਂ ਕਹੀਏ ਕੋਈ ਦੇਸ਼ 'ਚ ਕ੍ਰਾਂਤੀ ਆ ਜਾਏ, ਠੀਕ ਹੈ, ਲੋਕ ਵਿਦਰੋਹ ਕਰ ਦੇਣ, ਜਾਂ ਦੂਸਰੀ ਕੋਈ ਆਪਾਂ ਕਹਿ ਦਈਏ ਕੰਟਰੀ ਆਪਣੇ 'ਤੇ ਹਮਲਾ ਕਰਦੇ, ਠੀਕ ਹੈ। ਉਦੋਂ ਉਸ ਟਾਈਮ ਜਿਹੜੀ ਨੈਸ਼ਨਲ ਐਮਰਜੈਂਸੀ ਮੀਨ ਓਵਰਆਲ ਜਿਹੜੀ ਪੂਰੀ ਇੰਡੀਆ 'ਤੇ ਆਉਂਦੀ ਹੈ, ਠੀਕ ਹੈ। ਜਿੱਦਾਂ ਲਾਈਕ ਕਰੋਨਾ ਸੀ ਪੂਰੇ ਓਵਰਆਲ ਇੰਡੀਆ 'ਚ ਫੈਲ ਗਿਆ, ਇਟ ਮੀਨ ਜਿਹੜੀ ਇਹ ਐਮਰਜੈਂਸੀ ਸੀ ਕਿਹੜੀ ਸੀ, ਨੈਸ਼ਨਲ ਐਮਰਜੈਂਸੀ। ਲਾਈਕ ਆਪਣਾ ਕਿਸੇ ਕੰਟਰੀ ਨਾਲ ਵਾਰ ਹੁੰਦਾ, ਯੁੱਧ ਹੁੰਦਾ, ਠੀਕ ਹੈ। ਉਸ ਟਾਈਮ ਜਿਹੜੀ ਆਪਣੀ ਕਹਿ ਦਈਏ ਐਮਰਜੈਂਸੀ ਹੋਊਗੀ ਉਹ ਕੀ ਹੋਊਗੀ, ਨੈਸ਼ਨਲ ਐਮਰਜੈਂਸੀ, ਠੀਕ ਹੈ। ਅੰਡਰ ਸੱਚ ਐਨ ਐਮਰਜੈਂਸੀ ਦੀ ਪ੍ਰੈਜ਼ੀਡੈਂਟ ਕੈਨ ਪੁੱਟ ਲਿਮਿਟੇਸ਼ਨਜ਼ ਔਰ ਸਸਪੈਂਡ ਐਨੀ ਰਾਈਟ ਆਫ ਸਿਟੀਜ਼ਨ ਐਂਡ ਕੈਨ ਆਲਸੋ ਟਰਾਂਸਫਰ ਫੈਡਰਲ ਪੋਲਿਟੀ ਇਨਟੂ ਯੂਨਿਟਰੀ ਵਨ। ਇੱਦਾਂ ਦੀ ਜਿਹੜੀ ਹਾਲਤ ਵਿੱਚ ਕਈ ਤਰ੍ਹਾਂ ਦੇ ਜਿਹੜੇ ਸਿਟੀਜ਼ਨ ਦੇ ਰਾਈਟਸ ਹੁੰਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ, ਮੀਨਸ ਅਧਿਕਾਰ ਨੇ ਜਿਹੜੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ, ਅਤੇ ਜਿਹੜੀ ਫੈਡਰਲ ਪੋਲਿਟੀ ਆ ਉਹਨੂੰ ਕੀ ਆ, ਯੂਨਿਟਰੀ ਜਿਹੜੀ ਪੋਲਿਸੀ ਉਹ 'ਚ ਚੇਂਜ ਹੋ ਜਾਂਦੀ, ਠੀਕ ਹੈ। ਹੀ ਕੈਨ ਡਿਕਲੇਅਰ ਏ ਸਟੇਟ ਐਮਰਜੈਂਸੀ ਵਨ ਦੇਅਰ ਇਜ਼ ਬ੍ਰੇਕਡਾਊਨ ਆਫ ਦੀ ਕੌਨਸਟੀਟਿਊਸ਼ਨ ਮਸ਼ੀਨਰੀ ਆਫ ਏ ਸਟੇਟ ਔਰ ਸਟੇਟ ਡਜ਼ ਨਾਟ ਓਬੇ ਕੌਨਸਟੀਟਿਊਸ਼ਨ ਆਰਡਰ ਆਫ ਦੀ ਪ੍ਰੈਜ਼ੀਡੈਂਟ। ਹੀ ਕੈਨ ਸਸਪੈਂਡ ਔਰ ਡਿਸਸੋਲਵ ਦੀ ਲੈਜਿਸਲੇਟਿਵ ਅਸੈਂਬਲੀ ਐਜ਼ ਹੀ ਡੀਮਸ ਫਿਟ। ਹੁਣ ਕਈ ਵਾਰ ਸਟੇਟ ਦੀ ਜਿਹੜੀ ਗੌਰਮੈਂਟ ਆ, ਠੀਕ ਹੈ, ਉਹ ਸਹੀ ਤਰੀਕੇ ਨਾਲ ਜਾਂ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਆਪਣਾ ਜਿਹੜਾ ਐਡਮਿਨਿਸਟ੍ਰੇਟ ਨਹੀਂ ਕਰ ਪਾਉਂਦੀ, ਇਸ ਕਰਕੇ ਕੀ ਹੈਗਾ ਉਹਦੇ ਜਿਹੜੇ ਰਾਈਟਸ ਨੇ ਉਹ ਤੋਂ ਖੋਹ ਲਏ ਜਾਂਦੇ ਨੇ, ਦੈਨ ਉਸ ਸਟੇਟ ਵਿੱਚ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਰੂਲ ਹੈ ਉਹ ਲਾਗੂ ਕਰ ਦਿੱਤਾ ਜਾਂਦਾ, ਠੀਕ ਹੈ। ਮੀਨ ਉਹ ਜਿਹੜੀ ਉਹ ਸਟੇਟ ਹੈਗੀ ਉਹ ਸਟੇਟ 'ਚ ਜਿਹੜਾ ਰੂਲ ਅਤੇ ਰੈਗੂਲੇਸ਼ਨ ਚੱਲੂ CM ਦਾ ਨਹੀਂ ਚੱਲੂਗਾ, ਉਹ ਚੱਲੂਗਾ PM ਦਾ, ਠੀਕ ਹੈ, ਜਾਂ ਆਪਾਂ ਕਹਿੰਦੇ ਪ੍ਰੈਜ਼ੀਡੈਂਟ ਦਾ। ਨੈਕਸਟ ਆਪਣੇ ਲੈਵਲ ਰਹਿ ਜਾਏਗਾ 11th ਯੂਨੀਕ ਫੀਚਰਸ। ਅਪਾਰਟ ਫਰੋਮ ਦੀ ਅਬਵ ਫੀਚਰਸ ਇੰਡੀਅਨ ਕੌਨਸਟੀਟਿਊਸ਼ਨ ਹੈ ਸਮ ਯੂਨੀਕ ਫੀਚਰ ਲਾਈਕ ਸਿੰਗਲ ਸਿਟੀਜ਼ਨ। ਹੁਣ ਉੱਪਰਲੇ ਆਪਾਂ ਡਿਸਕਸ ਕਰ ਲਏ ਰਾਜੇ ਜਿਹੜੇ ਮੇਨ ਫੀਚਰ ਸੀ। ਹੁਣ ਇਸ ਤੋਂ ਇਲਾਵਾ ਕੁਝ ਅਲੱਗ ਤਰ੍ਹਾਂ ਦੇ ਫੀਚਰਸ ਨੇ, ਜਿੱਦਾਂ ਪਹਿਲੇ ਸਿੰਗਲ ਸਿਟੀਜ਼ਨ, ਮੀਨ ਜੇ ਇੱਥੇ ਸਟੇਟ ਦੀ ਸਿਟੀਜ਼ਨ ਕਿਸੇ ਸਿਟੀਜ਼ਨ ਨੂੰ ਨਹੀਂ ਦਿੱਤੀ ਜਾਂਦੀ ਸਿਟੀਜ਼ਨਸ਼ਿਪ, ਠੀਕ ਹੈ। ਓਨਲੀ ਜਿਹੜੀ ਸਿਟੀਜ਼ਨਸ਼ਿਪ ਦਿੱਤੀ ਹੈ ਉਹ ਓਵਰਆਲ ਇੰਡੀਆ ਦਿੱਤੀ ਜਾਂਦੀ ਹੈ। ਸਿੰਗਲ ਇੰਟੀਗ੍ਰੇਟਡ ਜੁਡੀਸ਼ਰੀ, ਠੀਕ ਹੈ, ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਨਿਆਂ ਸਿਸਟਮ ਆਪਣੇ ਇੱਥੇ। ਹਿੰਦੀ ਐਂਡ ਦੇਵਨਾਗਰੀ ਸਬਜੈਕਟ ਐਜ਼ ਐਨ ਅਫੀਸ਼ੀਅਲ ਲੈਂਗੁਏਜ ਅਲੋਂਗ ਵਿਦ 18 ਰੀਜਨਲ ਲੈਂਗੁਏਜ। ਜਿਹੜੀ ਹਿੰਦੀ ਆ ਉਹਨੂੰ ਦੇਵਨਾਗਰੀ ਜਿਹੜੀ ਸਕ੍ਰਿਪਟ ਹੈ, ਠੀਕ ਹੈ, ਲਿਪੀ ਦੇ ਰੂਪ ਵਿੱਚ ਉਹਨੂੰ ਔਫੀਸ਼ੀਅਲ ਜਿਹੜੀ ਸਾਡੀ ਦਫ਼ਤਰੀ ਭਾਸ਼ਾ ਉਹ ਬਣਾਇਆ ਗਿਆ, ਜਦੋਂ ਕਿ ਇੱਥੇ ਹੋਰ 18 ਜਿਹੜੀਆਂ ਰੀਜਨਲ ਖੇਤਰੀ ਲੈਂਗੁਏਜ ਨੇ। ਪ੍ਰੋਹਿਬਿਟੈਂਸ ਆਫ ਡਿਫੈਕਸ਼ਨ, ਬੈਨ ਔਨ ਅਨਟੱਚੇਬਿਲਿਟੀ, ਠੀਕ ਹੈ, ਭੇਦਭਾਵ ਜਿਹੜਾ ਆਪਾਂ ਕਹਿੰਦੇ ਛੂਤ-ਛਾਤ 'ਤੇ ਮਨਾਹੀ ਹੈ। ਰਾਈਟ ਟੂ property without constitutional provision, a constitution choose on the pattern of various country, ਠੀਕ ਹੈ। ਜਿਹੜਾ ਸਾਡਾ ਕੌਨਸਟੀਟਿਊਸ਼ਨ ਹੈ ਇੰਡੀਆ ਦਾ ਉਹ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਕੰਟਰੀ ਤੋਂ ਲਿਆ ਗਿਆ ਹੈਗਾ। ਇਹ ਕੌਨਸਟੀਟਿਊਸ਼ਨਲ ਫੈਡਰਲ ਇਨ ਫੋਰਮ ਬਟ ਯੂਨਿਟੀ ਇਨ ਸਪਰਿਟ। ਜਿਹੜਾ ਹੁਣ ਸਾਡਾ ਕੌਨਸਟੀਟਿਊਸ਼ਨਲ ਆਪਾਂ ਕਿਹੜੇ ਢਾਂਚਾ ਹੈਗਾ ਸਾਡਾ, ਉਹ ਫੋਰਮ 'ਚ ਸਰੀਰ ਰੂਪ 'ਚ ਆਪਾਂ ਕਹਿ ਦਈਏ ਫੈਡਰਲ, ਪਰ ਆਤਮਾ ਪੱਖੋਂ ਉਹ ਕੀ ਹੈਗਾ, ਯੂਨਿਟਰੀ ਹੈ, ਮੀਨਜ਼ ਇਕਾਈ ਇੱਕ ਆ। ਹਾਰਮੋਨੀਅਸ ਕੋਂਬੀਨੇਸ਼ਨ ਆਫ ਫਲੈਕਸੀਬਿਲਿਟੀ ਐਂਡ ਰਿਜਿਡ ਇਨ ਦੀ ਕੌਨਸਟੀਟਿਊਸ਼ਨ। ਹੁਣ ਜਿਹੜਾ ਸਾਡਾ ਕੌਨਸਟੀਟਿਊਸ਼ਨ ਆ ਉਹ ਫਲੈਕਸੀਬਲ ਵੀ ਹੈ ਅਤੇ ਰਿਜਿਡ ਵੀ ਹੈ, ਮੀਨਜ਼ ਕਠੋਰ ਵੀ ਹੈ ਅਤੇ ਲਚਕੀਲਾ ਵੀ ਹੈ, ਠੀਕ ਹੈ। ਇੰਡੀਆ ਇਜ਼ ਏ ਪਲੂਰਲ ਸੋਸਾਇਟੀ ਇਨ
In it there are people of different races, castes, religions, classes, cultures, and language. In our society there are minorities of various kinds. The Constitution of India has provisions which guaranteed them their independent identity, extensions, equal opportunity for their growth and development. Was essential for the feeling of fraternity, strength, unity and integrity of nation. ਠੀਕ ਹੈ ਜੀ, ਇਹ ਆਪਣਾ ਜਿਹੜਾ ਅੱਜ ਦਾ ਟੌਪਿਕ ਸੀਗਾ ਫੀਚਰਸ ਆਫ ਇੰਡੀਅਨ ਕੌਨਸਟੀਟਿਊਸ਼ਨ ਵਾਲਾ। ਠੀਕ ਹੈ, ਜਿੰਨੇ ਆਪਾਂ ਕਰਵਾਏ ਨੇ ਇਹਨੂੰ ਧਿਆਨ ਨਾਲ ਕਰਿਓ ਰਾਜੇ। ਠੀਕ ਹੈ, ਜਿਹੜਾ ਨਹੀਂ ਪੁਆਇੰਟ ਸਮਝ ਆਊਗਾ ਜਿਹੜਾ ਉਸ ਨੂੰ ਦੁਬਾਰਾ ਮੇਰੇ ਨਾਲ ਡਿਸਕਸ ਕਰ ਸਕਦੇ ਔਨਲਾਈਨ ਕਲਾਸ 'ਚ। ਠੀਕ ਹੈ।